हेलो फ्रेंड्स, वेलकम बैक टू माय यूट्यूब चैनल विज्ञान विद एकता। ਆਪਾਂ 3 ਚੈਪਟਰਸ ਕਰ ਚੁੱਕੇ ਹਾਂ 10th ਕਲਾਸ ਦੇ। ਅੱਜ ਆਪਾਂ ਆਪਣਾ 4th ਚੈਪਟਰ ਸਟਾਰਟ ਕਰਨ ਜਾ ਰਹੇ ਹਾਂ 10th ਕਲਾਸ ਦਾ, ਜੋ ਹੈ ਕਾਰਬਨ ਐਂਡ ਇਟਸ ਕੰਪਾਊਂਡਸ। ਓਕੇ, ਤਾਂ ਆਪਾਂ ਜਿਹੜਾ ਪਹਿਲਾਂ ਕਰ ਚੁੱਕੇ ਹਾਂ ਕਿ ਆਪਣੇ ਕੋਲੇ ਟੋਟਲ 118 ਐਲੀਮੈਂਟਸ ਨੇ ਪੂਰੇ ਪੀਰੀਓਡਿਕ ਟੇਬਲ ਦੇ ਵਿੱਚੋਂ। ਉਹਦੇ ਵਿੱਚੋਂ ਇੱਕ ਸਪੈਸ਼ਲ ਆਪਣਾ ਐਲੀਮੈਂਟ ਹੈ ਕਾਰਬਨ, ਠੀਕ ਹੈ, ਜਿਹਦੇ ਨਾਮ ਦੇ ਉੱਤੇ ਇੱਕ ਅਲੱਗ ਚੈਪਟਰ ਬਣਾਇਆ ਗਿਆ। ਕੋਈ ਨਾ ਕੋਈ ਰੀਜ਼ਨ ਤਾਂ ਜ਼ਰੂਰ ਹੋਏਗਾ ਕਿ ਉਹਦੇ ਨਾਮ 'ਤੇ ਹੀ ਇੱਕ ਚੈਪਟਰ ਕਿਉਂ ਬਣਿਆ, ਬਾਕੀ ਹੋਰ ਕਿਸੇ ਦੇ ਨਾਮ 'ਤੇ ਵੀ ਉਹ ਕੋਈ ਚੈਪਟਰ ਕਿਉਂ ਨਹੀਂ ਬਣਿਆ। ਤਾਂ ਆਪਾਂ ਨੇ ਇਸ ਕੁਐਸਚਨ ਦਾ ਆਨਸਰ ਆ ਜਿਹੜਾ ਉਹ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਮਿਲੇਗਾ ਕਿ ਕਿਉਂ ਕਾਰਬਨ ਐਂਡ ਇਟਸ ਕੰਪਾਊਂਡਸ ਹੀ ਬਣਿਆ। ਹਾਈਡਰੋਜਨ ਐਂਡ ਇਟਸ ਕੰਪਾਊਂਡਸ, ਨਾਈਟ੍ਰੋਜਨ ਐਂਡ ਇਟਸ ਕੰਪਾਊਂਡਸ, ਆਕਸੀਜਨ ਐਂਡ ਇਟਸ ਕੰਪਾਊਂਡਸ ਚੈਪਟਰ ਨੇ ਜਿਹੜੇ ਉਹ ਨਹੀਂ ਬਣੇ, ਜਦਕਿ ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਹੀ ਕਿਉਂ ਬਣਿਆ। ਠੀਕ ਹੈ, ਤਾਂ ਇਹਦੇ ਰਿਲੇਟਿਡ ਆਪਾਂ ਇਸ ਚੈਪਟਰ ਦੇ ਵਿੱਚ ਗੱਲ ਕਰਾਂਗੇ। ਅੱਜ ਜਸਟ ਇੱਕ ਮੈਂ ਬੇਸਿਕ ਵੀਡੀਓ ਬਣਾ ਰਹੀ ਹਾਂ ਇਸ ਚੈਪਟਰ ਦੀ, ਕਿ ਜਿਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਬੇਸਿਕ ਦੇਖਾਂਗੇ ਕਿ ਕਾਰਬਨ ਹੈ ਕੀ ਹੈ, ਠੀਕ ਹੈ, ਕਿਸ ਤਰ੍ਹਾਂ ਦੇ ਬੌਂਡਸ ਬਣਾਉਂਦਾ, ਕੀ ਕੁਛ ਇਹਦੇ ਵਿੱਚ ਆਪਾਂ ਨੂੰ ਮਿਲਦਾ। ਓਕੇ, ਸੋ ਨੈਕਸਟ ਇਜ਼ ਕਾਰਬਨ, ਇਟ ਇਜ਼ ਅ ਨੋਨ ਮੈਟਲ। ਇਹ ਆਪਾਂ ਨੇ ਮੈਟਲਸ ਅਤੇ ਨੋਨ ਮੈਟਲਸ ਵਾਲੇ ਚੈਪਟਰ ਦੇ ਵਿੱਚ ਵੀ ਕਰ ਚੁੱਕੇ ਹਾਂ। ਜਿਹੜੀ ਕਾਰਬਨ ਆ ਉਹ ਕੀ ਹੁੰਦੀ ਹੈ, ਇੱਕ ਨੋਨ ਮੈਟਲ ਹੈ। ਠੀਕ ਹੈ, ਅਰਥ ਦੇ ਕਰਸਟ ਦੇ ਵਿੱਚ ਇਹ ਅਰਥ ਦੇ ਉੱਪਰ ਵੀ ਮਿਲਦੀ ਹੈ ਅਤੇ ਸਾਨੂੰ ਐਟਮੋਸਫੀਅਰ ਦੇ ਵਿੱਚ ਵੀ ਮਿਲਦੀ ਆ। ਅਰਥ ਦੇ ਕਰਸਟ ਦੇ ਉੱਪਰ ਇਨ ਦਾ ਫਾਰਮ ਆਫ ਮਿਨਰਲਸ ਇਹ ਸਿਰਫ 0.02% ਹੈ। ਮੀਨਸ ਕਾਰਬਨ ਦੀ ਜਿਹੜੀ ਐਗਜ਼ਿਸਟੈਂਸ ਆ ਔਨ ਅਰਥ ਕਰਸਟ ਉਹ ਸਿਰਫ 0.02% ਆ, ਉਹ ਵੀ ਇਨ ਦਾ ਫਾਰਮ ਆਫ ਮਿਨਰਲਸ, ਨਾਟ ਇਨ ਪਿਓਰ ਫਾਰਮ। ਨੈਕਸਟ ਹੈ ਐਟਮੋਸਫੀਅਰ। ਐਟਮੋਸਫੀਅਰ ਦੇ ਵਿੱਚ ਵੀ ਉਹ ਕਾਰਬਨ ਡਾਈਆਕਸਾਈਡ ਦੀ ਫਾਰਮ ਦੇ ਵਿੱਚ ਓਨਲੀ 0.03% ਪ੍ਰੈਜੈਂਟ ਹੈ। ਇਹ ਤੋਂ ਵੱਧ ਕਾਰਬਨ ਆ ਜਿਹੜੀ ਉਹ ਯੂਨੀਵਰਸ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ। ਓਕੇ, ਨੈਕਸਟ ਹੈ ਜੀ ਕਾਰਬਨ ਆਲਵੇਜ਼ ਫਾਰਮਸ ਕੋਵਲੈਂਟ ਬੌਂਡ। ਆਪਾਂ ਲਾਸਟ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਦੇਖ ਚੁੱਕੇ ਹਾਂ ਆਇਨਿਕ ਬੌਂਡਸ ਐਂਡ ਕੋਵਲੈਂਟ ਬੌਂਡਸ। ਠੀਕ ਹੈ, ਤਾਂ ਉਹ ਕੋਵਲੈਂਟ ਬੌਂਡਸ ਨੇ ਜਿਹੜੇ ਉਹ ਕਾਰਬਨ ਬਣਾਉਂਦਾ। ਕਾਰਬਨ ਕੀ ਹੈ, 6 ਨੰਬਰ 'ਤੇ ਹੁੰਦਾ ਹੈ, ਅਤੇ ਜੇ ਆਪਾਂ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖਾਂਗੇ ਤਾਂ ਉਹ ਬਣ ਜਾਏਗੀ KL, K ਸ਼ੈਲ L ਸ਼ੈਲ। K ਸ਼ੈਲ ਦੇ ਵਿੱਚ 2 ਇਲੈਕਟ੍ਰੋਨਸ ਜਾਣਗੇ ਅਤੇ L ਸ਼ੈਲ ਦੇ ਵਿੱਚ ਆਪਣੇ ਕੋਲੇ 4 ਇਲੈਕਟ੍ਰੋਨਸ ਜਾਣਗੇ। ਤਾਂ ਲਾਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋ ਗਏ, 4। ਅਗਰ ਲਾਸਟ ਸ਼ੈਲ ਦੇ ਵਿੱਚ 4 ਇਲੈਕਟ੍ਰੋਨਸ ਨੇ ਤਾਂ ਇਹਨੂੰ 8 ਕਰਨੇ ਪੈਣਗੇ। 8 ਵਾਸਤੇ ਜਾਂ ਤਾਂ 4 ਗੇਨ ਕਰਨੇ ਪੈਣਗੇ ਜਾਂ 4 ਦੇਣੇ ਪੈਣਗੇ। ਤਾਂ ਨਾ ਹੀ 4 ਇਹ ਦਿੰਦਾ, ਨਾ ਹੀ ਇਹ 4 ਲੈਂਦਾ, ਤਾਂ ਇਹ ਕੀ ਕਰਦਾ, ਆਪਸ ਦੇ ਵਿੱਚ ਸ਼ੇਅਰਿੰਗ ਨਾਲ ਕੋਵਲੈਂਟ ਬੌਂਡਸ ਬਣਾਉਂਦਾ। ਓਕੇ, ਸੋ ਇਟਸ ਵੈਲੈਂਸੀ ਇਜ਼ 4। ਅਗਰ ਕਾਰਬਨ ਦੀ ਵੈਲੈਂਸੀ 4 ਆ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕਾਰਬਨ ਇਜ਼ ਟੈਟਰਾਵੈਲੈਂਟ। ਟੈਟਰਾ ਮੀਨਸ 4, ਵੈਲੈਂਟ ਮੀਨਸ ਵੈਲੈਂਸੀ, ਤਾਂ ਮਤਲਬ ਜਿਹਦੀ ਵੈਲੈਂਸੀ 4 ਹੋਏਗੀ ਤਾਂ ਆਪਾਂ ਉਹਨੂੰ ਕੀ ਕਹਾਂਗੇ, ਟੈਟਰਾਵੈਲੈਂਟ। ਤਾਂ ਇਹ ਇਹਦੀ ਖਾਸ ਪ੍ਰੋਪਰਟੀ ਹੈ, ਕਾਰਬਨ ਇਜ਼ ਟੈਟਰਾਵੈਲੈਂਟ। ਜਿਹੜਾ ਕੁਐਸਚਨ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਿਆ ਕਿ ਕਾਰਬਨ ਦਾ ਹੀ ਨਾਮ ਕਿਉਂ ਲਿਆ ਗਿਆ, ਇੱਕ ਖਾਸ ਚੈਪਟਰ ਕਿਉਂ ਬਣਾਇਆ ਗਿਆ, ਤਾਂ ਇਹਦਾ ਇੱਕ ਰੀਜ਼ਨ ਇਹ ਹੈ, ਕਾਰਬਨ ਇਜ਼ ਟੈਟਰਾਵੈਲੈਂਟ, ਕਿਉਂਕਿ ਇਹਦੀ ਵੈਲੈਂਸੀ ਕੀ ਹੈ, 4 ਹੈ। ਵੈਲੈਂਸੀ 4 ਹੋਣ ਦਾ ਮੀਨਿੰਗ ਕੀ ਹੈ ਕਿ ਕਾਰਬਨ 4 ਬੌਂਡਸ ਨੇ ਜਿਹੜੇ ਉਹ ਡਿਫਰੈਂਟ ਬਣਾ ਸਕਦਾ। ਠੀਕ ਹੈ, ਤਾਂ ਜੇ ਕਾਰਬਨ 4 ਬੌਂਡ ਬਣਾ ਸਕਦਾ ਤਾਂ ਇਹਦਾ ਮਤਲਬ 4 ਡਿਫਰੈਂਟ ਜਿਹੜੀਆਂ ਐਲੀਮੈਂਟਸ ਨੇ ਜਾਂ ਪ੍ਰੋਡਕਟਸ ਨੇ ਜਾਂ ਕੰਪਾਊਂਡਸ ਨੇ ਉਹ ਅਸੀਂ ਇਹਦੇ ਨਾਲ ਜੋੜ ਸਕਦੇ ਹਾਂ। ਠੀਕ ਹੈ, ਤਾਂ ਜਿੰਨੇ ਜ਼ਿਆਦਾ ਕੰਪਾਊਂਡਸ ਉਹਦੇ ਨਾਲ ਜੋੜ ਸਕਾਂਗੇ ਉਨੇ ਹੀ ਡਿਫਰੈਂਟ ਕੰਪਾਊਂਡਸ ਨੇ ਜਿਹੜੇ ਸਾਡੇ ਕੋਲੇ ਬਣਦੇ ਨੇ। ਤਾਂ ਕਾਰਬਨ ਦੀ ਇਹ ਖਾਸੀਅਤ ਹੈ ਕਿ ਇਹ ਬਹੁਤ ਸਾਰੇ ਪ੍ਰੋਡਕਟਸ ਨੇ ਜਿਹੜੇ ਉਹ ਬਣਾ ਸਕਦਾ। ਇਟਸ ਵਨ ਪ੍ਰੋਪਰਟੀ ਇਜ਼ ਟੈਟਰਾਵੈਲੈਂਸੀ। Next is self combination property of carbon, that is also known as catenation. Catenation is self combination property of carbon. Self मतलब अपने आप नाल कंबाइन करना। ठीक है, तो कार्बन आ जिहड़ा इत्थे आपां कहा भी टैट्रावैलेंसी है, तो इहदा मतलब की आ कि वह टैट्रावैलेंट तो है ही। ठीक है, टैट्रावैलेंट तो है ही, वो वैलेंसी तो 4 हैगी हुई आ, पर नाल दी नाल की है कि वो सैल्फ कॉम्बीनेशन प्रॉपर्टी भी है। कि सैल्फ कॉम्बीनेशन प्रॉपर्टी दे विच की है कि वह अपने वर्गे कार्बन एटम्स दे नाल ही कंबाइन कर सकदा ते 4 वैलेंसी है जिहड़ी अपनी वो कंप्लीट कर सकदा। ओके, तो यह हुंदी है सैल्फ कॉम्बीनेशन प्रॉपर्टी ऑफ कार्बन। सो नैक्सट आपां गल करदे हां जी इहदे बारे। नैक्सट है जी दीज बॉन्ड्स आर वेरी स्ट्रोंग एंड गिव स्टेबिलिटी टू कंपाउंड। कि जोड़े ये बॉन्ड्स भी बनते हैं, जोड़े ये कोवलेंट बॉन्ड्स बनते हैं, ये कोवलेंट कंपाउंड्स ने, जोड़े कोवलेंट बॉन्ड्स ने ये बहुत ज़्यादा स्ट्रोंग होंगे आ, तो ये करके ही ये सारे कंपाउंड्स ने जोड़े वो स्टेबल होंगे। तो आप गल करते हैं भी इन्ने सारे बॉन्ड्स बना ले कार्बन ने, की पता वो स्टेबिलिटी हैगी है कि किन्नी ने हैगी है। ठीक है, फॉर एग्जाम्पल आप कह दें कि किसी परसन को बहुत नॉलेज आ, उन्हें वो भी डिग्री कर रखी है, उन्हें वो भी डिग्री कर रखी है, बट वो कोल नॉलेज नहीं है, तो वो की वैल्यू, ठीक है, वो यदि एग्जिस्टेंस नहीं होएगी किते भी, वो किते भी स्टेबल नहीं होएगा। बट जे वो परसन को नॉलेज भी है, प्रॉपर्टी भी है, ठीक है, तो फिर उस तो बाद वो स्टेबल भी है।
स्ट्रॉन्ग भी है, उन्होंने हर एक चीज़ की नॉलेज भी है, ठीक है, तो असीं कहांगे कि वो स्टेबल है, ठीक है। तो इस तरीके की है कि जे कार्बन तो कार्बन आपस में जुड़ तो बहुत सारे गए, पर जे वो बॉन्ड स्ट्रॉन्ग ना होए तो स्टेबिलिटी नहीं होएगी। बट इत्थे केस नहीं हुंदा, कार्बन के केसिस दे विच सारे जिहड़े बॉन्ड्स बनते हैं वो बहुत ज़्यादा स्ट्रॉन्ग बनते हैं। अगर सारे बॉन्ड स्ट्रॉन्ग बननगे तो वो जो कंपाउंड होएगा वो भी की होएगा, स्टेबल होएगा। सो बिकॉज ऑफ दीज टू प्रॉपर्टीज़, टेट्रावैलेंसी एंड सैल्फ कॉम्बीनेशन प्रॉपर्टी, दोनों प्रॉपर्टीज़ करके ही ये चैप्टर बनया कार्बन एंड इट्स कंपाउंड्स। ओके, तो कार्बन ते कंपाउंड, कार्बन दे ही इन्ने सारे कंपाउंड्स बनते हैं, सिर्फ तां ही बनते हैं क्योंकि ये दो प्रॉपर्टीज़ ने, दो खास प्रॉपर्टीज़ ने। फर्स्ट इज़ इट्स टेट्रावैलेंसी एंड सैकेंड इज़ इट्स कैटिनेशन पावर। ओके, नैक्सट आर टॉपिक इज़ एलोट्रॉप्स ऑफ कार्बन। एलोट्रॉप्स ऑफ कार्बन की होंदा कि जिहड़ा कार्बन है, प्योर कार्बन आ जिहड़ा, वो सानू किस किस फॉर्म्स दे विच मिलदा, एग्जिस्टेंस किस फॉर्म दे विच होंदी, ठीक है। तो साडे कोल 3 एलोट्रॉप्स ने, डायमंड, ग्रेफाइट एंड बकमिंस्टर फुलरीन्स। डायमंड, ग्रेफाइट जिहड़े असीं नाम पहलां ऑलरेडी बहुत बार सुन चुके हैं, लास्ट वीडियोज़ दे विच मैं बहुत दस्सिया इन्हां बारे। ते हुण अपने कोल थर्ड टाइप आंदी है जी, बकमिंस्टर फुलोरीन। Okay, first we discuss about our diamond. So what is diamond? So it is a colorless, transparent, it is colorless substance, it is transparent, it has brilliance property। देखो brilliance ਆਪਾਂ ਨੂੰ diamond ਦੀ ਪਹਿਲਾਂ ਹੀ पता कि ਜਿਹੜਾ diamond ਹੁੰਦਾ ਉਹ ਬਹੁਤ ज़्यादा bright ਹੁੰਦਾ। ओके, next हैगा जी अपने कोले हैवी भी है ये, ठीक है। most hard, even it is hardest substance in the on the earth, ठीक है, ये सब तो ज़्यादा हार्ड है। ओके, इट इज़ नॉन कंडक्टिंग इन नेचर। ये दसदी मैं एक्सप्लेन करूँगी कि नॉन कंडक्टिंग क्यों है, मीनस इलैक्ट्रिसिटी को कंडक्ट क्यों नहीं करता। नैक्सट, ऑन बर्निंग इट चेंजिस टू कार्बन डाइऑक्साइड गैस। जी डायमंड आ जदों आपां नूं गर्म करते हैं, जदों आपां नूं बर्न करते हैं इन द प्रेजेंस ऑफ ऑक्सीजन, तो कन्वर्ट हो जाता कार्बन डाइऑक्साइड गैस दे विच। ओके, कि जो डायमंड आ जो आपां नूं बर्न करते हैं तो चेंज हो जाता कार्बन डाइऑक्साइड गैस दे विच। तो इहदा मतलब की आ कि कार्बन सी प्योर, उन्होंने ऑक्सीजन नाल रिएक्शन दी तो वह कार्बन डाइऑक्साइड गैस बन गया। यदा मतलब क्या है कि जे तुसी एक डायमंड नूं जलाओ तो थोड़े को पीछे कुछ भी नहीं बचेगा। ओके, कोई राख नहीं बचती, कुछ नहीं बचता, सारी की सारी गैस की है कार्बन डाइऑक्साइड गैस बन के हवा के उड़ जाता है, ठीक है। नैक्सट है हाई मैल्टिंग पॉइंट। जोड़ा मैल्टिंग पॉइंट है वह 3500 डिग्री सैल्सीयस तो भी ज़्यादा है। ये मैं अपनी लास्ट वीडियोज़ के भी करवा चुकी हाँ, ठीक है, जिथे तुहानूं मैटल्स ते नॉन मैटल्स की गल की सी कि जिन्नियां भी नॉन मैटल्स ने उन्होंने जोड़े मैल्टिंग पॉइंट ने या बॉयलिंग पॉइंट ने बहुत घट होंगे आ। बट इत्थे एक एक्सैप्शन है डायमंड की कि जो डायमंड आ वह मैल्टिंग पॉइंट ज़्यादा होंदा, तो ईवन इन्ना ज़्यादा होंदा कि वह 3500 डिग्री सैल्सीयस नूं भी क्रॉस कर जाता। ओके, सो नैक्सट वी टेक डायग्राम ऑफ स्ट्रक्चर ऑफ डायमंड। सो डायमंड दे विच की हुंदा, इट इज़ अ रेगूलर टैट्राहेड्रन स्ट्रक्चर। 3D डायग्राम 3D हुंदा, रेगूलर टैट्राहेड्रन हुंदा कि इक्को ही प्लेन दे विच एग्जिस्ट नहीं करते, 3 प्लेन्स दे विच एग्जिस्ट करते 3D। ओके, एक प्लेन दे विच जस्ट इनू असीं ड्रॉ कर सकते हैं इसका फॉर्म दे विच, बट इसका मतलब ये नहीं है, ठीक है। इसका मतलब की है कि जे आप एक कार्बन लैंदे आ तो एक कार्बन आ जिहड़ा बाकी 4 कार्बनस नाल जुड़िया हुंदा इन द फॉर्म ऑफ अ टैट्राहेड्रन। टैट्राहेड्रन की है कि जे आप 3 इन द फॉर्म ऑफ ट्रायंगल शिफ्ट कर दिंदे आ, 3 इलैक्ट्रॉन्स ने जिहड़े 3 कार्बन एटम्स ने जिहड़े ट्रायंगल की फॉर्म में शिफ्ट करते हैं, तो जिहड़ा चौथा हुंदा इस तरीके नाल स्टैंडिंग हुंदा, ठीक है। मतलब इनवर्ड या आउटवर्ड, बैक साइड भी हो सकता या इस तरीके नाल फ्रंट ते भी हो सकता, मतलब स्टैंडिंग होएगा। मतलब जो तुम यह 3 नंबर वाला दिखा रहे हो, 3 नंबर वाला एवें नहीं होएगा, वो एवें होएगा, मतलब अपवर्ड डायरैक्शन होएगा, सेम प्लेन च नहीं होएगा, ठीक है। तो हुण देखिए ये की है कि एक कार्बन जो बेसिक एटम लिया वो की है 4 डिफरेंट एटम्स नाल मिलके बनया होया। तो देखो कोई भी इत्थे फ्री इलैक्ट्रॉन नहीं है, 4 कार्बन दे अपने कोल हुणी करके चुके कि 4 इलैक्ट्रॉन होंदे आ वैलेंस, ठीक है। तो उन्हें चारों वैलेंस इलैक्ट्रॉन्स फिल कर ले। अगर वो चारों वैलेंस फिल हो गए तो यदा मतलब वो फ्री इलैक्ट्रॉन कोई नहीं होया। अगर फ्री इलैक्ट्रॉन ही नहीं है तो इलैक्ट्रॉन मूव नहीं करेगा तो इलैक्ट्रिसिटी भी कंडक्ट नहीं कर सकता, क्योंकि इलैक्ट्रिसिटी की है, दैट इज़ मूवमेंट ऑफ चार्जिस। अगर चार्जिस ही नहीं फ्री हैगे तो इलैक्ट्रिसिटी कंडक्ट नहीं कर सकता, ठीक है। सो इसका आंसर यही सीगा नॉन कंडक्टिंग का, कि ये कोई भी कार्बन एटम का फ्री इलैक्ट्रॉन नहीं होंदा। जे फ्री इलैक्ट्रॉन नहीं है तो कंडक्टिविटी नहीं आएगी, ठीक है। तो ये जोड़े कोवलेंट बॉन्ड्स ने वो की होंगे ने बहुत ज़्यादा स्ट्रॉन्ग होंगे ने। ओके, सो ये स्ट्रॉन्ग कोवलेंट बॉन्ड्स करके ही जो डायमंड होंदा वो हार्ड होंदा। इट इज़ द हार्डेस्ट सबसटेंस ऑन अर्थ। क्लियर है जी। सो दिस इज डायमंड, दीज आर द डायमंड्स प्रॉपर्टीज, कलरलेस, ट्रांसपेरेंट, ब्रिलियंस प्रॉपर्टी ऑल्सो इज देयर, हैवी, इट इज़ हैवी इन वेट एंड इट इज़ हार्डेस्ट सब्सटेंस एंड नॉन कंडक्टिंग एज वेल बिकॉज देयर आर नो फ्री इलेक्ट्रॉन्स इन इट। ओके, नेक्स्ट वी टेक एन एग्जाम्पल ऑफ ग्रेफाइट।
So what about graphite? It is grayish black in color. We know that we use in our pencil, grayish black in color. It is opaque, unlike diamond. Diamond was transparent, graphite was opaque. It is lighter in weight as compared to diamond. ठीक है. It is soft and slippery. It conduct electricity, अनलाइक डायमंड. जिवें डायमंड आ जिहड़ा वो कंडक्ट नहीं करता इलैक्ट्रीसिटी, है ना, ड्यू टू नॉन एग्जिस्टेंस ऑफ फ्री इलैक्ट्रॉन्स. बट जिहड़ा ग्रेफाइट आ वो कंडक्ट करता इलैक्ट्रीसिटी. तो नैचुरली ये फ्री इलैक्ट्रॉन्स होणगे तां ही कंडक्ट करेगा इलैक्ट्रीसिटी. का बिल्कुल ऑपोजिट चल रहे हैं आप डायमंड दे. ठीक है. बट एक सेम प्रॉपर्टी है कि ऑन बर्निंग इट चेंजिस टू कार्बन डाइऑक्साइड गैस, कि जो भी असीं इहनूं बर्न करते हाँ तो कार्बन डाइऑक्साइड गैस दे विच चेंज हो जाता. ओके. सो यदि जे असीं इहदी डायग्राम देखते हाँ तो यदि डायग्राम देखो किस तरह की है. इहदे विच अपने कोल की ने रैगूलर हैक्सागन्स ने. ਇਹਦੇ ਵਿੱਚ ਆਪਣੇ ਕੋਲ ਕੀ ਨੇ ਰੈਗੂਲਰ ਹੈਕਸਾਗਨਸ ਨੇ. ਦੇਖੋ 6 ਸਾਈਡਸ ਨੇ ਸਾਰੀਆਂ. ਠੀਕ ਹੈ. ਤਾਂ ਜੇ ਇਹਦੇ ਵਿੱਚ ਮੈਂ ਇੱਕ ਕਾਰਬਨ ਦੇਖਣਾ ਚਾਹਾਂ, ਜੇ ਮੈਂ ਇੱਕ ਕਾਰਬਨ ਦੇਖਣਾ ਚਾਹਾਂ ਤਾਂ ਇੱਕ ਕਾਰਬਨ ਦੇ ਨਾਲ ਦੇਖੋ 3 ਕਾਰਬਨਸ ਅਟੈਚ ਨੇ. ਇੱਕ ਕਾਰਬਨ ਦੇ ਨਾਲ 3 ਕਾਰਬਨ ਅਟੈਚ ਨੇ ਤਾਂ 1 ਇਲੈਕਟ੍ਰੋਨ ਫ੍ਰੀ ਹੋ ਗਿਆ ਨਾ. ਜੇ 1 ਇਲੈਕਟ੍ਰੋਨ ਫ੍ਰੀ ਹੋ ਗਿਆ ਤਾਂ ਉਹਦੇ ਕਰਕੇ ਕੰਡਕਟ ਕਰੇਗਾ ਇਲੈਕਟ੍ਰੀਸਿਟੀ. ਠੀਕ ਹੈ. ਤਾਂ ਜਿਹੜੇ ਇਹ ਬੌਂਡਸ ਨੇ ਇਹ ਤਾਂ ਸਟਰੋਂਗ ਬੌਂਡਸ ਨੇ, ਕਾਰਬਨ ਤੇ ਕਾਰਬਨ ਦੇ ਵਿੱਚ ਬੌਂਡਸ ਨੇ. ਬਟ ਇਹਦੇ ਵਿੱਚ ਕੀ ਹੁੰਦਾ, ਸਾਡੇ ਕੋਲ ਫਲੈਟ ਲੇਅਰਸ ਹੁੰਦੀਆਂ ਨੇ ਕਾਰਬਨ ਹੈਕਸਾਗਨ ਦੀਆਂ. ठीक है. कि ਜਿਹੜੇ ਆ ਹੈਕਸਾਗਨਸ ਬਣੇ ਨੇ ਇਹਨਾਂ ਦੀ ਆਪਣੇ ਕੋਲ ਫਲੈਟ ਲੇਅਰਸ ਹੁੰਦੀਆਂ ਨੇ ਇੱਕ ਦੂਜੇ ਦੇ ਉੱਪਰ, ਜਿਹੜੀਆਂ ਫਲੈਟ ਲੇਅਰਸ ਵੀਕ ਫੋਰਸਿਸ ਨਾਲ ਅਟੈਚ ਹੁੰਦੀਆਂ ਨੇ. ਜਿਹੜੇ ਇਹ ਫੋਰਸਿਸ ਨੇ ਇਹ ਕੀ ਨੇ, ਵੀਕ ਫੋਰਸਿਸ ਨੇ. ਠੀਕ ਹੈ. ਤਾਂ ਇਹ ਵੀਕ ਫੋਰਸਿਸ ਨੇ ਜਿਹੜੇ ਇਹ ਕਾਰਬਨ ਤੇ ਕਾਰਬਨ ਦੇ ਵਿਚਲੇ ਬੌਂਡ ਨੇ ਇਹ ਸਟਰੋਂਗ ਨੇ. ਤਾਂ ਇਹੀ ਵੀਕ ਫੋਰਸਿਸ ਕਰਕੇ ਉਹ ਸੌਫਟ ਤੇ ਸਲਿਪਰੀ ਹੁੰਦੀ. ठीक है. कि ਜਿਹੜੇ ਵੀਕ ਫੋਰਸਿਸ ਨੇ ਇਸ ਕਰਕੇ ਇਹ ਵੀਕ ਫੋਰਸਿਸ ਹੀ ਇਹਨੂੰ ਸੌਫਟ ਬਣਾਉਂਦੀਆਂ ਨੇ ਤੇ ਨਾਲ ਦੀ ਨਾਲ ਸਲਿਪਰੀ ਵੀ ਬਣਾਉਂਦੀਆਂ ਨੇ. ਤੇ ਲਾਈਟਰ ਤਾਂ ਹੈ ਹੀ ਇਹ ਡਾਇਮੰਡ ਤੋਂ. ਤੇ ਇਹ ਜਿਹੜਾ 1 ਫ੍ਰੀ ਇਲੈਕਟ੍ਰੋਨ ਬਚਿਆ ਇਹ ਕੀ ਕਰਦਾ, ਕੰਡਕਟ ਕਰਦਾ ਇਲੈਕਟ੍ਰੀਸਿਟੀ. ਇਹਦੇ ਨਾਲ ਹੀ ਇਹਦੀ ਕੰਡਕਟਿਵਿਟੀ ਆ ਜਿਹੜੀ ਉਹ ਬਣਦੀ ਆ ਗ੍ਰੇਫਾਈਟ ਦੀ, ਜਦ ਕਿ ਇਹ ਡਾਇਮੰਡ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ. ਓਕੇ. ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਬਕਮਿੰਸਟਰ ਫੁਲਰੀਨਸ ਦੀ. ਨੈਕਸਟ ਵੀ ਟੇਕ ਬਕਮਿੰਸਟਰ ਫੁਲਰੀਨਸ ਜਾਂ ਆਪਾਂ ਇਹਨੂੰ ਸਿੰਪਲ ਫੁਲਰੀਨ ਵੀ ਬੋਲਦੇ ਹਾਂ. ਦੈਟ ਇਜ਼ ਆਲਸੋ ਐਨ ਐਲੋਟ੍ਰੋਪ ਆਫ ਕਾਰਬਨ like diamond and graphite. It contained cluster of 60 carbon atoms joined together to form spherical molecule. ਇਹਦੇ ਵਿੱਚ ਕੀ ਆ ਕਿ ਕਾਰਬਨ ਦੀ ਇੱਕ ਕੰਡੀਸ਼ਨ ਆ ਕਿ 60 ਹੀ ਕਾਰਬਨ ਲੈਣੇ ਨੇ. ਠੀਕ ਹੈ. ਡਾਇਮੰਡ ਦੇ ਵਿੱਚ ਅਣਗਿਣਤ ਹੋ ਸਕਦੇ ਆ, ਗ੍ਰੇਫਾਈਟ ਦੇ ਵਿੱਚ ਵੀ ਅਣਗਿਣਤ ਹੋ ਸਕਦੇ ਆ. ਬਟ ਜਿਹੜਾ ਬਕਮਿੰਸਟਰ ਫੁਲਰੀਨ ਹੈ ਇਹ ਬਹੁਤ ਸਮਾਲ ਮੋਲੀਕਿਊਲ ਹੈ ਜਿਹਦੇ ਵਿੱਚ ਸਿਰਫ 60 ਕਾਰਬਨ ਹੀ ਹੁੰਦੇ ਆ. ਕੰਡੀਸ਼ਨ ਹੈ ਕਿ 60 ਹੀ ਕਾਰਬਨ ਹੋਣੇ ਚਾਹੀਦੇ ਆ ਇਨ ਦਾ ਫਾਰਮ ਆਫ ਅ ਸਫੀਅਰ, ਕਿ ਸਫੈਰੀਕਲ ਮੋਲੀਕਿਊਲ ਬਣਦਾ. ਠੀਕ ਹੈ. ਇੱਕ ਸਫੀਅਰ ਦੀ ਫਾਰਮ ਦੇ ਵਿੱਚ ਸਾਰੇ 60 ਕਾਰਬਨਸ ਨੇ ਜਿਹੜੇ ਉਹ ਆਪਸ ਦੇ ਵਿੱਚ ਜੁਆਇਨ ਹੋ ਜਾਂਦੇ ਨੇ ਤੇ ਇੱਕ ਕੰਪਾਊਂਡ ਬਣਾਉਂਦੇ ਆ, ਇੱਕ ਐਲੋਟ੍ਰੋਪ ਬਣਾਉਂਦੇ ਆ ਕਾਰਬਨ ਦਾ, ਜਿਹਨੂੰ ਆਪਾਂ ਕੀ ਬੋਲਦੇ ਆ, ਬਕਮਿੰਸਟਰ ਫਲੋਰੀਨ. ਓਕੇ. ਤੇ ਇਹਦੇ ਵਿੱਚ ਹੁਣ ਇਹਦੀ ਡਾਇਗਰਾਮ ਆ ਜਿਹੜੀ ਉਹ ਬਹੁਤ ਜ਼ਿਆਦਾ ਕੰਪਲੈਕਸ ਹੈ. ਅਗਰ ਆਪਾਂ 2D ਦੇ ਵਿੱਚ ਸਮਝਣਾ ਚਾਹੀਏ ਤਾਂ ਇਹਨੂੰ ਆਪਾਂ 3D ਨਾਲ ਕੰਪੇਅਰ ਕਰਕੇ ਚੱਲਦੇ ਹਾਂ ਕਿ ਜਿਵੇਂ ਇੱਕ ਆਪਣੀ ਫੁੱਟਬਾਲ ਹੁੰਦੀ ਹੈ ਤਾਂ ਫੁੱਟਬਾਲ ਦੇ ਵਿੱਚ ਜਿਹੜੇ ਉਹ ਵਿੱਚ ਟੈਕਸਚਰਸ ਹੁੰਦੇ ਆ, ਜਿਵੇਂ ਆਪਾਂ ਫੁੱਟਬਾਲ ਦੇ ਵਿੱਚ ਦੇਖਦੇ ਹਾਂ ਕਿ ਆਪਣੇ ਕੋਲ ਇਸ ਤਰ੍ਹਾਂ ਦੇ ਟੈਕਸਚਰਸ ਨੇ, ਕਿਤੇ ਨਾ ਕਿਤੇ ਪੈਂਟਾਗਨਸ ਹੁੰਦੀਆਂ. ਠੀਕ ਹੈ. ਕਿਤੇ ਹੈਕਸਾਗਨਸ ਹੁੰਦੀਆਂ. ਤਾਂ ਇਸ ਤਰੀਕੇ ਨਾਲ ਮਤਲਬ ਜਿਹੜੀ ਆਪਣੀ ਫੁੱਟਬਾਲ ਹੁੰਦੀ ਆ ਉਹ ਇਸ ਤਰੀਕੇ ਦੀ ਬਣੀ ਹੁੰਦੀ ਆ. ਤਾਂ ਸਿਮਿਲਰਲੀ ਇਹਦੇ ਵਿੱਚ ਵੀ ਇਹੀ ਹੁੰਦਾ. ਇਹਦੇ ਵਿੱਚ ਆਪਣੇ ਕੋਲ 20 ਹੈਕਸਾਗਨਸ ਹੁੰਦੀਆਂ ਨੇ ਅਤੇ 12 ਪੈਂਟਾਗਨਸ ਹੁੰਦੀਆਂ ਨੇ. ਓਕੇ. ਤਾਂ ਇਹਦੇ ਵਿੱਚ 20 ਹੈਕਸਾਗਨਸ ਹੁੰਦੀਆਂ ਅਤੇ 12 ਕੀ ਹੁੰਦੀਆਂ ਨੇ, ਪੈਂਟਾਗਨਸ ਹੁੰਦੀਆਂ ਨੇ. ਅਤੇ ਇਹ ਜਿਹੜਾ ਅਰੇਂਜਮੈਂਟ ਬਣਦਾ ਉਹ ਇੱਕ ਫੁੱਟਬਾਲ ਨਾਲ ਰਿਜ਼ੈਂਬਲ ਕਰਦਾ, ਜਿਵੇਂ ਆਪਾਂ ਫੁੱਟਬਾਲ ਦੇ ਵਿੱਚ ਦੇਖਦੇ ਹਾਂ ਤਾਂ ਉਵੇਂ ਇਹਦੇ ਵਿੱਚ ਹੁੰਦਾ. ਠੀਕ ਹੈ. ਅਤੇ ਇਹਦੀਆਂ ਪ੍ਰੋਪਰਟੀਜ਼ ਕੀ ਨੇ, ਇਟ ਇਜ਼ ਡਾਰਕ ਸੋਲਿਡ, ਨੇਦਰ ਹਾਰਡ ਨੋਟ ਸੌਫਟ, ਨਾ ਹੀ ਤਾਂ ਇਹ ਡਾਇਮੰਡ ਵਾਂਗੂ ਹਾਰਡ ਹੁੰਦਾ ਅਤੇ ਨਾ ਹੀ ਇਹ ਗ੍ਰੇਫਾਈਟ ਵਾਂਗੂ ਸੌਫਟ ਹੁੰਦਾ. ਸੇਮ ਔਨ ਬਰਨਿੰਗ ਇਟ ਚੇਂਜਿਸ ਟੂ ਕਾਰਬਨ ਡਾਈਆਕਸਾਈਡ. ਕਿਉਂ? ਬਿਕੋਜ਼ ਇਹ ਪਿਓਰ ਕਾਰਬਨ ਨੇ ਸਾਰੇ, ਗ੍ਰੇਫਾਈਟ, ਡਾਇਮੰਡ, ਬਕਮਿੰਸਟਰ ਫੁਲਰੀਨ, ਇਹ ਸਾਰੇ ਕੀ ਨੇ ਆਪਣੇ ਕੋਲ ਪਿਓਰ ਕਾਰਬਨ ਦੇ ਰੂਪ ਨੇ. ਜੇ ਪਿਓਰ ਕਾਰਬਨ ਹੈ ਤਾਂ ਨੈਚੁਰਲੀ ਹੈ ਕਿ ਜਿਹੜਾ ਕਾਰਬਨ ਆਕਸੀਜਨ ਨਾਲ ਰਿਐਕਸ਼ਨ ਕਰਕੇ ਕਾਰਬਨ ਡਾਈਆਕਸਾਈਡ ਗੈਸ ਬਣਾ ਦੇਗਾ ਅਤੇ ਹਵਾ ਦੇ ਵਿੱਚ ਚਲਾ ਜਾਏਗਾ. ਓਕੇ. ਸੋ ਇਹਦੀ ਅਗਰ ਅਸੀਂ ਡਾਇਗਰਾਮ ਸਿੰਪਲ ਵੇ ਦੇ ਵਿੱਚ ਦੇਖਣਾ ਚਾਹੀਏ ਤਾਂ ਅਸੀਂ ਕੀ ਦੇਖਦੇ ਹਾਂ ਕਿ ਇੱਕ ਆਪਣੇ ਕੋਲ ਅਸੀਂ ਪੈਂਟਾਗਨ ਲੈ ਲਈ, ਉਹਦੇ ਨਾਲ ਹੀ ਹੈਕਸਾਗਨਸ ਜੁਆਇਨ ਹੁੰਦੀਆਂ ਜਾਂਦੀਆਂ. ਇੱਕ ਪੈਂਟਾਗਨ ਦੇ ਨਾਲ ਹੈਕਸਾਗਨਸ ਜੁਆਇਨ ਹੁੰਦੀ ਹੈ ਸਾਰੇ ਪਾਸੇ. ਓਕੇ. ਫਿਰ ਉਸ ਤੋਂ ਬਾਅਦ ਇੱਕ ਪੈਂਟਾਗਨ ਸਟਾਰਟ ਹੁੰਦੀ ਹੈ, ਫਿਰ ਉਹਦੇ ਆਲੇ ਦੁਆਲੇ ਸਾਰੇ ਹੈਕਸਾਗਨ ਸਟਾਰਟ ਹੁੰਦੇ ਆ. ਓਕੇ. ਤਾਂ ਇਸੇ ਤਰੀਕੇ ਨਾਲ ਜਿਹੜਾ ਮੋਲੀਕਿਊਲ ਆ ਉਹ 3D ਡਾਇਮੈਂਸ਼ਨ ਦੇ ਵਿੱਚ ਚਲਾ ਜਾਂਦਾ. ਜੇ ਇਹਨੂੰ ਮੈਂ ਇੱਧਰ ਨੂੰ ਡਰਾ ਕਰਦੀ ਰਹਿੰਦੀ ਜਾਂ ਇੱਧਰ ਨੂੰ ਡਰਾ ਕਰਦੀ ਰਹਿੰਦੀ ਤਾਂ ਉਹ ਗਲਤ ਹੋ ਜਾਂਦਾ. ਠੀਕ ਹੈ. ਕਿਉਂ? ਕਿਉਂਕਿ ਇਹ 3D 'ਚ ਜਾਣਾ, ਇਹਨੇ ਬੈਕ ਸਾਈਡ ਨੀਚੇ ਬੁੱਕ ਦੇ ਵਿੱਚ ਚਲੇ ਜਾਣਾ.
ओके सो ये 3 डायमेंशन है, इनू आपां जस्ट एक हैंड दे विच इस तरीके नाल डिस्कस कर सकते हैं कि आपां एक बॉल चक्की हुई है जिहदे विच कार्बन दे 60 मॉलीक्यूल्स ने, 60 एटम्स ने कार्बन दे, ते जिहदे विच इन द फॉर्म ऑफ 20 हैक्सागन्स ने ते 12 पेंटागन्स ने। ठीक है, तो वो एक फुटबॉल की शेप ले लैंदा ते वो एक फुलरीन बना लैंदा। ओके सो जोड़े डायमंड ते ग्रेफाइट ने ये दोनों की ने ये ह्यूज मॉलीक्यूल्स ने, ज़्यादा बड़े साइज़ के मॉलीक्यूल्स ने। बट जे आपां गल करते हैं सॉरी जे आप गल करते हैं बकमिंस्टर फुलरीन की, ठीक है, तो यह की आ एक बहुत छोटा मॉलीक्यूल है जिहदे विच 60 कार्बन एटम्स ने जोड़े आपस दे विच ज्वाइन होंदे ने। ठीक है जी, सो अज आप गल की इस तरह के छोटा जा बेसिक किता आप कार्बन का, जोड़ा अपना 4th चैप्टर है 10th क्लास का, तो वो बारे आप थोड़ा थोड़ा डिटेल दे विच पढ़िया कि कार्बन है की चीज़ है। आपां पता लग्या कि कार्बन नूं ही क्यों एक स्पैशल चैप्टर दिता गया। ओके तो ये आप डिस्कस किया। नैक्सट अज आप थोड़ा जा ओवरव्यू लै रहे हैं इस चैप्टर का। मैं अगे मेन डिटेल दे विच इहदियां वीडियोज़ बनाऊँगी, सारे ऑर्गेनिक कंपाउंड्स आप फुल डिटेल दे विच करांगे, तो इन्हां दा नॉमनक्लेचर भी करांगे। IUPAC नॉमनक्लेचर भी करना है आपां ने, जिहड़ा कि मतलब आप किसी भी कंपाउंड नूं की नाम दिंने आ। ठीक है, IUPAC के अकॉर्डिंग तो वो आप करांगे इन आर अपकमिंग वीडियोज़। अज का आप जोड़ा कर रहे हैं वो सिर्फ की है कि जोड़े कार्बन कंपाउंड्स ने, कार्बन किस किस फॉर्म के कंपाउंड्स बनाता, जस्ट वो ओवरव्यू लै रहे हैं अज आप। ठीक है, तो प्लीज़ जिन्होंने हजे तक चैनल में सबसक्राइब नहीं किया वो अज की वीडियो देख के चैनल में सबसक्राइब जरूर करो, ताकि तुसी आने वाली सारिया वीडियोज़ में लाइक कर सको तो उन्होंने तो अंडरस्टैंड कर सको। सो कार्बन कंपाउंड्स ने जोड़े उन्हों का ही एक डिफरेंट नेम है ऑर्गेनिक कंपाउंड्स, जोड़ा अपना चैप्टर का नाम भी है ऑर्गेनिक कंपाउंड्स दैट आर ऑल कार्बन कंपाउंड। फॉर एग्जाम्पल अगर कोई भी सबसटांस दे विच कार्बन आ गया डैट मीनस इट इज़ अ कार्बन कंपाउंड। अगर कोई भी कंपाउंड आप कार्बन ले लिया तो वो की है कार्बन कंपाउंड बनता, क्योंकि कार्बन नाल ही हर एक ने जुड़ना। कार्बन इज़ द मेन। ओके सो फॉर एग्जाम्पल CH4 मीथेन, C2H6 इथेन, C2H4 इथीन, C2H2 इथाइन, CHCl3 ट्राइक्लोरोमीथेन, C2H5 एल्कोहल, CH3CHO एल्डिहाइड, CH3COOH कार्बोक्सिलिक एसिड, CH3COCH3 इट इज़ कीटोन। ये अज आप सारे करांगे डिटेल दे विच अपनी नैक्सट वीडियो दे विच। अज जस्ट तुहानूं एक ओवरव्यू देन जा रही हाँ कि ताकि तुहानूं पता होवे कि किस किस तरह के अपने कोल जिहड़े ऑर्गेनिक कंपाउंड्स ने वो मिल जाते हैं। ठीक है, एल्कोहल है, एल्डिहाइड है, कार्बोक्सिलिक एसिड है, कीटोन है, सारे एल्कीन एल्काइंस ने। ठीक है, तो वो सारे आ जाते अपने को। ठीक है, उस तो बाद आप थोड़ी जी प्रॉपर्टीज़ कर रहे हैं ऑर्गेनिक कंपाउंड्स दियां प्रॉपर्टीज़ दी। ऑर्गेनिक कंपाउंड्स दियां प्रॉपर्टीज़ की ने, इट इज़ कोवलेंट बॉन्डिंग कि इन्हां सारिਆਂ ਦੇ ਵਿੱਚ की हुंदी आ कोवलेंट बॉन्डिंग ही हुंदी है। ठीक है जी, उस तो बाद ਇਹਦੇ ਵਿੱਚ लो मैल्टिंग एंड बॉइलिंग पॉइंट्स ਹੁੰਦੇ ਆ, ਇਹਨਾਂ ਦੇ ਜਿਹੜੇ ਮੈਲਟਿੰਗ ਤੇ ਬੋਇਲਿੰਗ ਪੁਆਇੰਟਸ ਨੇ ਉਹ लो ਹੁੰਦੇ ਆ। ਠੀਕ ਹੈ, ਤੇ ਇੱਕ ਇਹ ਨॉन ਕੰਡਕਟਰਸ ਆਫ ਇਲੈਕਟ੍ਰਿਸਿਟੀ ਹੁੰਦੇ ਆ। ਇਲੈਕਟ੍ਰਿਸਿਟੀ ਇਹ ਕੰਡਕਟ ਨਹੀਂ ਕਰਦੇ क्योंकि कार्बन है ਜਿਹੜਾ अपनी सारी वैलेंसी ਜਿਹੜੀ 4 आ वो कंप्लीट कर ਲੈਂਦਾ। ਆਪਾਂ ऑलरेडी कर चुके हैं ना भी कार्बन की वैलेंसी 4 होंगी है, तो कार्बन अपनी सारी वैलेंसी जी 4 की 4 आ वो अपनी कंप्लीट कर लेंगे। ठीक है, सो दीज आर द ऑर्गेनिक कंपाउंड्स। ओके, नैक्सट वी डिस्कस समवट अबाउट कार्बन कंपाउंड्स। किन्ने तरह के होंगे है, की वो खासियत ने, अज आप थोड़ा बहुत वो बारे रिव्यू लै रहे हैं। ठीक है, सो कोवलेंट कंपाउंड्स ने जोड़े, ठीक है, वो अपने को कुछ टाइप्स ने कोवलेंट कंपाउंड्स दियाँ। ठीक है, फर्स्ट ऑर्गेनिक कंपाउंड्स ने उहदियां अपने को मेन 6 टाइप्स ने। ओके, दीज आर द 6 एरोज शोइंग 6 टाइप्स ऑफ ऑर्गेनिक कंपाउंड्स। सो फर्स्ट ऑर्गेनिक कंपाउंड इज हाइड्रोकार्बन्स, एज इट्स नेम it's hydro and carbon, so it's hydrogen and carbon. Whenever there is carbon and hydrogen, nothing else, we have just 2 atoms, carbon and hydrogen. We have various atoms of carbons as well as hydrogen. There is no condition that there is 1 carbon and 1 hydrogen. carbon भी जिन्ने मर्जी हो सकते हैं, hydrogen भी जिन्ने मर्जी हो सकते हैं। ठीक है, बट होंगे carbon ते hydrogen ही, तो वो अपने बनते हैं हाइड्रोकार्बन्स। ओके, ये हाइड्रोकार्बन्स ने जोड़े वो 3 टाइप्स के होंगे। फर्स्ट इज़ एल्कीन एंड एल्काइन। फर्स्ट इज़ एल्केन, सेकंड इज़ एल्कीन एंड थर्ड इज़ एल्काइन।
ओके सो एल्कीन जिहड़ा हुंदा ਉਹਦੇ ਵਿੱਚ ਆਪਾਂ ਕਾਰਬਨ ਤੇ ਕਾਰਬਨ ਦਾ ਸਿੰਗਲ ਬੌਂਡ ਲੈਂਦੇ ਆ। ਜਿਹੜਾ ਐਲਕੀਨ ਹੁੰਦਾ ਉਹਦੇ ਵਿੱਚ ਕਾਰਬਨ ਤੇ ਕਾਰਬਨ 'ਚ ਡਬਲ ਬੌਂਡ ਆ ਜਾਂਦਾ। ਜਿਹੜਾ ਐਲਕਾਈਨ ਹੁੰਦਾ ਉਹਦੇ ਵਿੱਚ ਕਾਰਬਨ ਤੇ ਕਾਰਬਨ ਦੇ ਵਿੱਚ ਟ੍ਰਿਪਲ ਬੌਂਡ ਆ ਜਾਂਦਾ। ਓਕੇ ਸੋ ਐਲਕ ਤਾਂ ਦੇਖੋ ਸਭ ਦੇ ਵਿੱਚ ਸੇਮ ਹੈ, ਸਿਰਫ ਫਰਕ ਪੈ ਰਿਹਾ ਈਨ ਐਂਡ ਆਇਨ ਦਾ। ਸੇ ਜੇ ਤਾਂ ਕਾਰਬਨ ਤੇ ਕਾਰਬਨ ਸਿੰਗਲ ਬੌਂਡ ਹੈ ਫਿਰ ਉਹ ਐਲਕੇਨ ਹੋਏਗਾ, ਜੇ ਡਬਲ ਬੌਂਡ ਹੈ ਤਾਂ ਐਲਕੀਨ ਹੋਏਗਾ, ਜੇ ਟ੍ਰਿਪਲ ਬੌਂਡ ਹੈ ਤਾਂ ਫਿਰ ਆਇਨ ਹੋਏਗਾ। ਓਕੇ ਸੋ ਇਹਦੇ ਵਿੱਚ ਆਪਾਂ ਇਹਦਾ ਜਨਰਲ ਫਾਰਮੂਲਾ ਲਿਖਿਆ ਇੱਕ, ਇਹ ਆਪਾਂ ਹਰ ਇੱਕ ਕੰਪਾਊਂਡ ਦਾ ਹੀ ਕਰਦੇ ਹਾਂ, ਕੋਈ ਵੀ ਕੰਪਾਊਂਡ ਆਪਾਂ ਉਹਦੇ ਜਨਰਲ ਫਾਰਮੂਲਾ ਲਿਖ ਸਕਦੇ ਹਾਂ। ਐਲਕੇਨ ਦਾ ਹੁੰਦਾ CnH2n+2, ਮਤਲਬ ਕੀ ਆ ਕਿ ਜੇ ਅਸੀਂ n ਦੀ ਵੈਲਿਊ 1 ਫਿਲ ਕਰ ਰਹੇ ਹਾਂ ਤਾਂ ਉਰੇ ਦੇਖੋ ਕੀ ਬਣ ਜਾਏਗਾ 2 1s are 2, 2 + 2 4, ਸੋ ਡੈਟ ਮੀਨਸ ਇਟ ਇਜ਼ CH4, ਡੈਟ ਇਜ਼ ਆਰ ਮੀਥੇਨ। ਓਕੇ ਸੋ ਸਿਮਿਲਰਲੀ ਅਗਰ ਆਪਾਂ ਐਲਕੀਨ ਦੀ ਗੱਲ ਕਰਦੇ ਹਾਂ, ਐਲਕੀਨ ਦਾ ਫਾਰਮੂਲਾ ਹੈ CnH2n। ਓਕੇ ਤਾਂ ਇਹਦੇ ਵਿੱਚ 2 ਹਾਈਡਰੋਜਨ ਨੇ ਜਿਹੜੇ ਉਹ ਇਹਦੇ ਨਾਲੋਂ ਘੱਟ ਹੁੰਦੇ ਆ, ਇਹਦੇ ਵਿੱਚ +2 ਨੇ ਨਾ, ਦੇਖੋ ਇਹਦੇ ਵਿੱਚ ਹੈ ਨਹੀਂ, ਠੀਕ ਹੈ। ਤਾਂ ਇਹਦੇ ਵਿੱਚ ਐਲਕੇਨ ਨਾਲੋਂ ਐਲਕੀਨ ਦੇ ਵਿੱਚ 2 ਹਾਈਡਰੋਜਨ ਘੱਟ ਜਾਂਦੇ ਆ, ਠੀਕ ਹੈ। ਸਿਮਿਲਰਲੀ ਵੀ ਹੈਵ ਐਲਕਾਈਨ, ਅਗਰ ਆਪਾਂ ਐਲਕਾਈਨ ਦੀ ਗੱਲ ਕਰਦੇ ਹਾਂ ਤਾਂ ਉਹ ਬਣ ਜਾਂਦਾ CnH2n-2, ਉਹਦੇ ਵਿੱਚ 2 ਹਾਈਡਰੋਜਨਸ ਨੇ ਹੋਰ ਘੱਟ ਜਾਣਾ। okay so these are our hydrocarbons. Next is second type is haloalkanes. Halo hunda halogen group in our periodic table, that is 17th group. ਆਪਾਂ ਇਹ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਆਪਣੀਆਂ ਅਪਕਮਿੰਗ ਵੀਡੀਓਜ਼ ਦੇ ਵਿੱਚ, ਜਿਹਦੇ ਵਿੱਚ ਆਪਾਂ ਆਪਣਾ 5th ਚੈਪਟਰ ਕਰਾਂਗੇ ਕਲਾਸੀਫਿਕੇਸ਼ਨ ਆਫ ਐਲੀਮੈਂਟਸ, ਕਿ ਜਿਹੜੇ ਐਲੀਮੈਂਟਸ ਨੇ ਆਪਾਂ ਉਹਨਾਂ ਨੂੰ ਕਿਵੇਂ ਕਲਾਸੀਫਾਈ ਕਰਦੇ ਹਾਂ, ਕਿਹੜੇ ਸਾਇੰਟਿਸਟ ਆਏ ਨੇ, ਉਹਨਾਂ ਨੇ ਕਿਵੇਂ ਕਲਾਸੀਫਿਕੇਸ਼ਨ ਕੀਤੀ ਐਲੀਮੈਂਟਸ, ਉਹ ਆਪਾਂ ਪੂਰੀ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਤਾਂ ਉਰੇ ਜਿਹੜਾ ਹੈਲੋ ਗਰੁੱਪ ਹੈ ਡੈਟ ਮੀਨਸ ਹੈਲੋਜਨਸ ਇਨ 17th ਗਰੁੱਪ, ਜਿਹੜੇ ਕੀ ਹੁੰਦੇ ਆ ਕਲੋਰੀਨ, ਬ੍ਰੋਮੀਨ ਐਂਡ ਆਇਓਡੀਨ, ਠੀਕ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਹੈਲੋ ਐਲਕੇਨਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਕਾਰਬਨ ਹੈ ਹਾਈਡਰੋਜਨ ਹੈ, ਕਿਉਂਕਿ ਐਲਕੇਨ ਹੈ ਤਾਂ ਦੇਖੋ ਕਾਰਬਨ ਵੀ ਹੋਏਗਾ ਹਾਈਡਰੋਜਨ ਵੀ ਹੋਏਗਾ, ਬਿਕੋਜ਼ ਐਲਕੇਨਸ ਆਰ ਹਾਈਡਰੋਕਾਰਬਨਸ। ਅਗਰ ਐਲਕੇਨ ਹਾਈਡਰੋਕਾਰਬਨ ਨੇ ਤਾਂ ਹਾਈਡਰੋਜਨ ਤੇ ਕਾਰਬਨ ਤਾਂ ਦੇਖੋ ਆਣੇ ਆ, ਠੀਕ ਹੈ। ਨਾਲ ਕੋਈ ਨਾ ਕੋਈ ਕੀ ਲੱਗੇਗਾ, ਹੈਲੋਜਨ ਲੱਗੇਗਾ, ਠੀਕ ਹੈ। ਤਾਂ ਦੇਖੋ ਆਪਾਂ ਜਿਹੜੀ ਐਲਕੇਨ ਦਾ ਫਾਰਮੂਲਾ ਕੀਤਾ ਉਹ ਆਪਾਂ ਕੀਤਾ CnH2n+2, ਤਾਂ ਅਸੀਂ ਉਰੋਂ ਕੀ ਕਰਦੇ ਹਾਂ, ਉਰੋਂ ਇੱਕ ਹਾਈਡਰੋਜਨ ਰਿਮੂਵ ਕਰ ਦਿੰਦੇ ਹਾਂ, ਤਾਂ ਉਰੇ ਕੀ ਬਣ ਜਾਏਗਾ 2n+1। ਅਗਰ ਅਸੀਂ 2 ਦੇ ਵਿੱਚੋਂ ਇੱਕ ਕੱਢਤਾ ਤਾਂ ਪਿੱਛੇ 1 ਬਚੇਗਾ, ਡੈਟ ਮੀਨ CnH2n+1। ਜਿਹੜਾ ਇੱਕ ਹਾਈਡਰੋਜਨ ਕੱਢਿਆ ਉਹਦੀ ਜਗ੍ਹਾ ਅਸੀਂ ਕੀ ਲਗਾ ਦਿੰਦੇ ਹਾਂ, ਹੈਲੋਜਨ ਲਗਾ ਦਿੰਦੇ ਹਾਂ, ਤਾਂ ਸਾਡਾ ਜਿਹੜਾ ਕੰਪਾਊਂਡ ਆ ਉਹ ਬਣ ਜਾਂਦਾ ਹੈਲੋ ਐਲਕੇਨ। ਸੋ ਇਹਦਾ ਫਾਰਮੂਲਾ ਬਣ ਗਿਆ CnH2n+1 ਐਂਡ X ਆਲਸੋ, ਠੀਕ ਹੈ ਜੀ। ਤਾਂ ਆਪਾਂ ਇਹ ਹੋਣਗੇ ਆਪਣੇ ਕੋਲ ਹੈਲੋ ਐਲਕੇਨਸ। ਨੈਕਸਟ ਇਜ਼ ਆਰ ਐਲਕੋਹਲ ਜਿਹੜੀ ਹੁੰਦੀ ਆ ਉਹ ਹੁੰਦੀ ਆ OH ਗਰੁੱਪ, ਠੀਕ ਹੈ। ਉਹਦਾ ਫਾਰਮੂਲਾ ਹੈ CnH2n+1 ਐਂਡ OH, ਮਤਲਬ X ਦੀ ਜਗ੍ਹਾ 'ਤੇ ਅਸੀਂ ਕੀ ਲਗਾ ਦੇਣਾ ਹੁਣ, OH ਲਗਾ ਦੇਣਾ, ਮਤਲਬ ਐਲਕੇਨ ਤੋਂ ਹੀ ਬਣਨਾ ਸਾਰਾ ਕੁਛ। ਓਕੇ ਸੋ ਐਲਕੇਨ ਦੇ ਵਿੱਚੋਂ ਹੀ ਬਣਨਾ, ਐਲਕਾਈਨ ਤੋਂ ਹੀ ਸਾਰਾ ਕੁਛ ਬਣਨਾ, ਜਸਟ ਉੱਥੇ ਹਾਈਡਰੋਜਨਸ ਨੂੰ ਡਿਸਪਲੇਸ ਕਰੀ ਜਾਣਾ ਜਿਹੜਾ ਵੀ ਫੰਕਸ਼ਨਲ ਗਰੁੱਪ ਸਾਡੇ ਕੋਲ ਆ ਗਿਆ, ਠੀਕ ਹੈ। ਸੋ ਐਲਕੋਹਲ ਦੇ ਵਿੱਚ ਅਸੀਂ OH ਨਾਲ ਰਿਪਲੇਸ ਕਰ ਦੇਣਾ। ਸਿਮਿਲਰਲੀ ਐਲਡੀਹਾਈਡ ਆ ਡੈਟ ਇਜ਼ CHO, ਤਾਂ ਇਹਦੇ ਲਈ ਅਸੀਂ CHO ਨਾਲ ਰਿਪਲੇਸ ਕਰ ਦਿੰਦੇ ਹਾਂ। ਓਕੇ ਸੋ ਇਹਦਾ ਫਾਰਮੂਲਾ ਬੇਸਿਕਲੀ ਇਹ ਬਣਨਾ ਚਾਹੀਦਾ ਸੀ CnH2n+1 CHO, ਹੈ ਨਾ, ਜਿਵੇਂ ਆਪਾਂ Cl ਦੀ ਜਗ੍ਹਾ 'ਤੇ CHO ਲਗਾਤਾ, ਬਟ ਆਪਾਂ ਇਹਨੂੰ ਜਨਰਲੀ ਲਿਖ ਦਿੰਦੇ ਹਾਂ CnH2nO। ਓਕੇ ਜਿਹੜਾ ਆਹ C ਆ ਇਹਨੂੰ ਅਸੀਂ ਇਹਦੇ ਨਾਲ ਕੰਬਾਈਨ ਕਰਕੇ ਚੱਲਦੇ ਹਾਂ, ਮਤਲਬ ਆਪਾਂ ਇਕੱਠਾ ਸ਼ੋ ਕਰਦੇ ਹਾਂ, ਆਪਾਂ ਅਲੱਗ ਸ਼ੋ ਨਹੀਂ ਕਰਦੇ। okay so this is our aldehyde group. I have just taken a overview of these organic compounds. ਆਪਾਂ ਇਹ ਸਾਰੇ ਜਿਹੜੇ organic compounds ਨੇ ਡਿਟੇਲ ਦੇ ਵਿੱਚ ਕਰਾਂਗੇ ਆਪਣੀਆਂ ਨੈਕਸਟ ਵੀਡੀਓਜ਼ ਦੇ ਵਿੱਚ। ਨੈਕਸਟ ਹੈ ਆਰ ਕੀਟੋਨ ਹੁੰਦਾ ਕਾਰਬਨ ਡਬਲ ਬੌਂਡ ਆਕਸੀਜਨ, ਇੱਧਰ 2 ਨੇ, ਕੋਈ ਵੀ ਫੰਕਸ਼ਨਲ ਗਰੁੱਪਸ ਲੱਗ, ਕੋਈ ਵੀ ਆਪਣੇ ਕੋਲੇ ਐਲਕਾਈਲ ਗਰੁੱਪਸ ਨੇ ਜਿਹੜੇ ਉਹ ਲੱਗ ਸਕਦੇ ਆ। ਆਪਾਂ ਉਰੇ ਹਾਈਡਰੋਜਨ ਲਾ ਸਕਦੇ ਹਾਂ, ਇਥਾਈਲ ਲਾ ਸਕਦੇ ਹਾਂ, ਮਿਥਾਈਲ ਲਗਾ ਸਕਦੇ ਹਾਂ। ਓਕੇ ਸੋ ਦੀਜ਼ ਆਰ ਦਾ ਕੀਟੋਨਸ। ਜੇ ਆਪਾਂ ਐਲਡੀਹਾਈਡ ਦੇ ਵਿੱਚ ਲਾਉਂਦੇ ਹਾਂ ਤਾਂ ਉਰੇ ਆਪਾਂ H ਲਾ ਦਾਂਗੇ, ਬਟ ਜੇ ਕੀਟੋਨ ਹੋਏਗਾ ਤਾਂ ਉਰੇ ਕਾਰਬਨ ਹੀ ਲੱਗਣਗੇ ਦੋਨੋਂ, ਤਾਂ ਜੇ ਦੋਨੋਂ ਹੀ ਕਾਰਬਨ ਲੱਗਣਗੇ ਤਾਂ ਹੀ ਕੀਟੋਨ ਬਣੇਗਾ। ਓਕੇ ਅਗਰ ਆਪਾਂ H ਲਗਾ ਦਾਂਗੇ ਤਾਂ ਇਹ ਦੇਖੋ CHO ਉਹੀ ਬਣ ਗਿਆ ਨਾ, ਜੇ ਆਪਾਂ ਉਰੇ H ਲਾਤਾ ਫਿਰ ਤਾਂ ਉਹ CHO ਹੀ ਬਣ ਗਿਆ, ਫਿਰ ਤਾਂ ਉਹ ਐਲਡੀਹਾਈਡ ਹੀ ਬਣ ਜਾਂਦਾ। ਜੇ ਆਪਾਂ ਐਲਡੀਹਾਈਡ ਨੂੰ ਕੀਟੋਨ 'ਚ ਬਣਾਉਣਾ ਤਾਂ ਜਿਹੜਾ ਆਹ H ਆ ਇਹਨੂੰ ਰਿਮੂਵ ਕਰਕੇ ਆਪਾਂ ਨੂੰ ਉਰੇ ਕੋਈ ਨਾ ਕੋਈ ਐਲਕਾਈਲ ਗਰੁੱਪ ਲਗਾਉਣਾ ਪੈਂਦਾ, ਕਾਰਬਨ ਲਗਾਉਣਾ ਪੈਂਦਾ। ਓਕੇ ਸੋ ਇਹਦੇ ਵਿੱਚ ਵੀ ਸੇਮ ਫਾਰਮੂਲਾ ਬਣਦਾ CnH2nO, ਬਟ ਇੱਕ N ਦੀ ਕੰਡੀਸ਼ਨ ਹੈ ਕਿ N ਸ਼ੁੱਡ ਬੀ ਗ੍ਰੇਟਰ ਦੈਨ ਐਂਡ ਇਕੁਅਲ ਟੂ 3, ਕਿਉਂਕਿ ਇਹ ਜਿਹੜਾ ਕਾਰਬਨ ਆ ਉਹ 3 ਤੋਂ ਹੀ ਸਟਾਰਟ ਹੁੰਦਾ, ਕਿਉਂਕਿ ਜਿਵੇਂ ਦੇਖੋ ਮੈਂ ਤੁਹਾਨੂੰ ਨਹੀਂ ਦੱਸਿਆ ਵੀ ਜੇ 2 ਕਾਰਬਨ ਲੈ ਰਹੇ ਹਾਂ ਅਤੇ ਉਰੇ H ਲਗਾਤੀ ਆਪਾਂ, ਠੀਕ ਹੈ, ਜੇ ਉਰੇ H ਲਗਾਤੀ ਤਾਂ ਉਹਨੇ ਐਲਡੀਹਾਈਡ ਬਣ ਜਾਣਾ, ਫਿਰ ਉਹ ਕੀਟੋਨ ਨਹੀਂ ਬਣਦਾ।
ठीक है। तो सानू उरे की आ एच नूं हटा के कार्बन ही लगाना पेगा, मीनस कार्बन सानू 3 तो ही स्टार्टिंग करनी पेगी। नैक्सट इज कार्बोक्सिलिक एसिड, नैक्सट इज कार्बोक्सिलिक एसिड डैट इज COOH। जिमें कि उरे आपां कीता कि अपने कोले इहनूं जे आपां खोल के लिखना चाहिए तो आ बन जांदा, मतलब की है कि एल्डीहाइड दे विच असीं एच लाया हुआ सी, उरे एच की जगह असीं की लगा दिंदे आ OH लगा दिंदे आ, COOH। दिस इज़ आर कार्बोक्सिलिक एसिड ग्रुप, ठीक है जी। तो ये सीगे साडे 6 तरह के जिहड़े कार्बन कंपाउंड्स ने, कोवलेंट कंपाउंड्स ने। 6 तरह के किहड़े-किहड़े ने? हाइड्रोकार्बनस, हैलो एल्केन्स, एल्कोहल्स, एल्डीहाइड्स, कीटोन्स एंड कार्बोक्सिलिक एसिड्स। ओके, तो इन्हां बारे जिहड़े डिटेल्स ने वो अपनियां नैक्सट वीडियोज़ दे विच बहुत अच्छी तरीके नाल पूरी तरह एक्सप्लेन करांगे। अज मैं थोड़ा जिहा रिव्यू देन जा रही हूँ तुहानूं हाइड्रोकार्बनस बारे। ओके, सो अज आपां डिस्कस करते हैं अपने हाइड्रोकार्बनस। जिवें मैं तुहानूं पहले ही दस चुकी हाँ कि जिहड़ा हाइड्रोकार्बन है वो 2 वर्ड्स तो मिलकर बनया हुआ है, हाइड्रोजन एंड कार्बन, ठीक है। तो जस्ट थोड़ा जिहा रिव्यू दे रही हूँ तुहानूं, होर कुछ नहीं कर रही मैं, ठीक है। मेन जिहड़ा चैप्टर है, मेन जिहड़ा टॉपिक है अपना, वो आपां नैक्सट वीडियो दे विच स्टार्ट करांगे। अज तुहानूं जस्ट थोड़ा जिहा कार्बन रिलेटेड आपां एक ओवरव्यू लै रहे हैं। ओके, सो जिहड़े हाइड्रोकार्बनस ने वो 2 तरह के होंदे आ, एक होंदे सैचूरेटेड, एक होंदे अपने कोले अनसैचूरेटेड, ठीक है। तो साडे कोल 2 तरह के हाइड्रोकार्बनस ने जिहड़े वो मिलते हैं, एक सैचूरेटेड ते एक अनसैचूरेटेड। जिहड़े सैचूरेटेड होंदे आ वो होंदे एल्केन्स, मीनस जिहदे विच सिंगल बॉन्ड होवे, ठीक है। अनसैचूरेटेड होंदे एल्कीन ते एल्काइन। जिहड़े एल्कीन आ ते एल्काइन आ दोनों ही डबल बॉन्ड ते ट्रिपल बॉन्ड वाले, उन्हां सारिਆਂ ਨੂੰ ਅਸੀਂ ਕੀ ਕਹਿੰਦੇ आ अनसैचूरेटेड। ओके, सो कार्बन कार्बन डबल बॉन्ड, कार्बन कार्बन ट्रिपल बॉन्ड, दीज आर अनसैचूरेटेड, ठीक है जी। तो एल्केन आ जिहड़ी वो सिंगल बॉन्ड है तो वह सैचूरेटेड होंदे। मैं पहले ही उन्होंने फार्मूला तुहानूं करवा चुकी हाँ, CnH2n+2 वह बन जाएगा CnH2n, यदा बन जाएगा CnH2n-2। उस तो बाद मैं थोड़ियां जिन्हें दी एग्जाम्पल्स भी लिखियां ने, देखो CH4, C2H6, C3H8, C4H10। देखो ये जिन्ने भी कार्बन ने वो हाइड्रोजन वो तो डबल होकर 2+ ने, ठीक है। देखो 2 दूनी 4 ते 2 6, 3 दूनी 6 ते 2 8, 4 दूनी 8 ते 2 10, 2 एक एक्सट्रा ने। ये CnH2n होंदा, मतलब जिन्ने कार्बन वो तो डबल हाइड्रोजन। 2 2 4, 4 4 8, 5 5 10, 6 6 12। तो ये जिहड़े एल्कीन है वो 2+ होंदे आ। ओके, नैक्सट हैगा जी ट्रिपल बॉन्ड। ट्रिपल बॉन्ड दे विच की होएगा, वो डबल तो 2 घट होंगे, डबल तो 2 घट होंगे। तो C2H2, C3H4, C4H6। ओके जी, सो ये जस्ट एक ओवरव्यू ही सीगा तुहानूं, मतलब थोड़ा जिहा हाइड्रोकार्बन बारे होर एक्सप्लेन करन दा। ते उस तो बाद अपने कोले जी एक साइक्लिक हाइड्रोकार्बनस भी आंदे आ, साइक्लिक हाइड्रोकार्बनस। ओके, सो साइक्लिक हाइड्रोकार्बन नाम तो ही पता लग रहा है कि हाइड्रोकार्बनस ने जो एक फॉर्म ऑफ साइकिल होंगे, मतलब एक बंद शेप होएगी अपने कोले, ठीक है। तो ये भी अगे उस तरीके नाल 2 तरह के होंदे ने, सैचूरेटेड एंड अनसैचूरेटेड। सैचूरेटेड मीनस जिस सारे सिंगल बॉन्ड होंगे, अनसैचूरेटेड मीनस डबल या ट्रिपल बॉन्ड आ सकते हैं, ठीक है। तो सैचूरेटेड की एग्जाम्पल है साइक्लोहेक्सेन, अनसैचूरेटेड की एग्जाम्पल है बेंजीन। दीज आर डायग्राम्स, दीज आर द फॉर्मूला। C6H12 दिस इज साइक्लोहेक्सेन, C6H6 दैट इज बेंजीन, ठीक है। तो ये देखो की है कि 6 कार्बन ने, तो 6 कार्बन ने जोड़े हैक्सागन का रूप लै लेंगे ने, तो हैक्सेन 6 कार्बनस। ओके, तो 6 कार्बनस ने जोड़े आपस में ज्वाइन हो गए, एक कार्बन नाल 2 हाइड्रोजनस अपने को शो हुई हुई, तो एक जॉइंट फिगर बनाती उन्होंने, एक बंद बॉक्स बनाता। सो डैट मीनस इट इज़ अ साइक्लिक हाइड्रोकार्बन। ओके, बट जे असी गल करते हैं बेंजीन की अनसैचूरेटेड की, तो देखो वो की होंदा अपने को अल्टरनेटिव पोजीशनस से डबल बॉन्ड होंदे आ, मतलब आता बॉन्ड हैगे ही ने कार्बन ते कार्बन दे विच, ठीक है। बट साडे कोले नाल एक्सट्रा की ने अपने कोले डबल बॉन्ड्स होंदे आ ऑन द अल्टरनेटिव पोजीशन। मीनस तुसी इहनूं एवें भी ड्रॉ कर सकते हो, इत्थों शुरू कर लो, ठीक है जी। सिमिलरली तुसी इहनूं इत्थे भी ड्रॉ कर सकते हो, मतलब डबल बॉन्ड इधरों भी स्टार्ट कर सकते हो, थोड़ी चॉइस है, मतलब आप जिधर मर्जी डबल बॉन्ड ड्रॉ कर सकते हो। एक जगह तो शुरू कर लो, बस उन्होंने अल्टरनेट छड्डदे जाओ, 3 ते आएगा, 3 ते नहीं आएगा, ठीक है। सो अगर ये डबल बॉन्ड आ गया डैट मीनस इट इज़ अनसैचूरेटेड, तो यदा नाम है बेंजीन। तो देखो हुण कार्बन की गल करिए तो कार्बन को देखो 4 बॉन्ड पूरे करने है ना उन्हें, तो 1 2 3 एंड 4। ओके, तो तुसी जिहड़े मर्जी कार्बन से चेक कर सकते हो, कार्बन 1 2 3 एंड 4। तो हर एक कार्बन ने अपने अपने 4 इलैक्ट्रॉन्स ने जोड़े वो पूरे करने ही करने ने। ओके, ये भी देखो कार्बन 1 2 3 4,
ਤਾਂ ਉਹਨੂੰ 4 ਪੂਰੇ ਕਰਨ ਦੇ ਲਈ ਉਰੇ 2 ਹਾਈਡਰੋਜਨਸ ਚਾਹੀਦੀਆਂ ਸੀ, ਤਾਂ ਹੀ ਉਰੇ H12 ਬਣ ਗਿਆ। ਬਟ ਜੇ ਉਰੇ ਕਾਰਬਨ ਨੂੰ 3 ਤਾਂ ਉਹਨੇ ਪਹਿਲਾਂ ਹੀ ਪੂਰੇ ਕਰ ਲਏ, 1 2 ਐਂਡ 3, 3 ਤਾਂ ਉਹਨੇ ਪਹਿਲਾਂ ਹੀ ਪੂਰੇ ਕਰ, ਤਾਂ ਚੌਥਾ ਸਿਰਫ ਕੀ ਆ, ਉਹ ਹਾਈਡਰੋਜਨ ਨਾਲ ਪੂਰਾ ਕਰ ਲੇਗਾ। ਸੋ ਡੈਟ ਮੀਨਸ ਉਹਦਾ ਫਾਰਮੂਲਾ C6H6 ਹੀ ਬਣੇਗਾ। ਓਕੇ, ਸੋ ਇਹ ਸੀਗੇ ਆਪਣੇ ਹਾਈਡਰੋਕਾਰਬਨਸ, ਠੀਕ ਹੈ। ਅਤੇ ਅੱਗੇ ਜਿਹੜੇ ਆਪਾਂ ਇਹਨਾਂ ਦਾ ਨੋਮਨਕਲੇਚਰ ਆ ਜਿਹੜਾ, ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਕਰੂੰਗੀ ਤੁਹਾਨੂੰ ਅਪਲੋਡ, ਅਤੇ ਉਹਦੇ ਵਿੱਚ ਤੁਸੀਂ ਆਪਣਾ ਪੂਰਾ ਨੋਮਨਕਲੇਚਰ ਆ ਜਿਹੜਾ, ਉਹ ਸਿਰਫ ਵੀਡੀਓ ਨੋਮਨਕਲੇਚਰ 'ਤੇ ਹੀ ਬਣਾ ਰਹੀ ਹਾਂ, ਠੀਕ ਹੈ, ਤਾਂ ਕਿ ਤੁਸੀਂ ਇਹ ਲਰਨ ਕਰ ਸਕੋ ਕਿ ਆਪਾਂ ਕਾਰਬਨ ਐਂਡ ਇਟਸ ਕੰਪਾਊਂਡਸ ਦੇ ਵਿੱਚ ਕਿ ਕਾਰਬਨ ਦੇ ਜਿੰਨੇ ਵੀ ਆਰਗੈਨਿਕ ਕੰਪਾਊਂਡਸ ਬਣਦੇ ਆ ਉਹਨਾਂ ਨੂੰ ਆਪਾਂ ਕਿਵੇਂ ਨੇਮਿੰਗ ਕਰਦੇ ਹਾਂ ਅਕੋਰਡਿੰਗ ਟੂ IUPAC ਨੋਮਨਕਲੇਚਰ, ਠੀਕ ਹੈ। ਅਤੇ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ, ਅਤੇ ਤੁਸੀਂ ਕਾਰਬਨ ਐਂਡ ਇਟਸ ਕੰਪਾਊਂਡਸ ਦਾ ਜਿਹੜਾ ਬੇਸਿਕ ਕੰਸੈਪਟ ਆ ਉਹ ਕਲੀਅਰ ਕਰ ਲਿਆ ਹੋਏਗਾ, ਅਤੇ ਤੁਸੀਂ ਹਾਈਡਰੋਕਾਰਬਨਸ ਬਾਰੇ ਵੀ ਤੁਹਾਨੂੰ ਨੌਲੇਜ ਮਿਲ ਗਈ ਹੋਏਗੀ। ਤਾਂ ਜਿਨ੍ਹਾਂ ਨੇ ਪਲੀਜ਼ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਬੈਲ ਆਈਕਨ ਨੂੰ ਪ੍ਰੈਸ ਕਰੋ, ਅਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਅਪਕਮਿੰਗ ਵੀਡੀਓਜ਼ ਨੇ ਜਾਂ ਆਉਣ ਵਾਲੀਆਂ ਵੀਡੀਓਜ਼ ਨੇ ਤੁਹਾਨੂੰ ਉਹਨਾਂ ਦੇ ਨੋਟੀਫਿਕੇਸ਼ਨਸ ਮਿਲ ਸਕਣ। ਅਤੇ ਨਾਲ ਦੀ ਨਾਲ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ, ਤਾਂ ਕਿ ਆਪਾਂ ਨੂੰ ਤਾਂ ਫਾਇਦਾ ਹੋ ਹੀ ਰਿਹਾ, ਠੀਕ ਹੈ, ਵੀਡੀਓਜ਼ ਦੇਖਣ ਨਾਲ ਅਤੇ ਬਣਾਉਣ ਨਾਲ, ਅਤੇ ਦੂਜੇ ਬੱਚਿਆਂ ਨੂੰ ਵੀ ਫਾਇਦਾ ਹੋਵੇ, ਦੂਜੇ ਸਾਥੀਆਂ ਨੂੰ ਵੀ ਫਾਇਦਾ ਹੋਵੇ, ਤਾਂ ਕਿ ਵੱਧ ਤੋਂ ਵੱਧ ਜਿਹੜੀ ਸਾਇੰਸ ਆ ਉਹ ਆਪਾਂ ਇੰਟਰਸਟਿੰਗ ਅਤੇ ਐਫਰਟਲੈਸ ਵੇ ਨਾਲ ਲਰਨ ਕਰ ਸਕੀਏ, ਅੰਡਰਸਟੈਂਡ ਕਰ ਸਕੀਏ। ਥੈਂਕ ਯੂ।